शायद साहब अज मैं सोच रहा है ਇੰਨੀ ਗੱਲਾਂ ਹੋ ਰਹੀਆਂ ਸਨ ਇੰਨੇ ਦਿਨਾਂ ਦੇ ਉੱਤੋਂ ਕੁਝ ਜ਼ਿਆਦਾ ਜੇਲ੍ਹ ਦੇ ਉੱਤੇ ਜੁਰਮ ਦੇ ਬਾਰੇ ਦੇ ਵਿੱਚ ਅਤੇ ਅੱਜ ਕੱਲ੍ਹ ਸੋਸ਼ਲ ਗੱਲ ਕਰਨ ਤੋਂ ਦਾ ਦਿਲ ਕੀਤਾ ਹੈ। ਉਹ ਬੜਾ ਅੱਜ ਕੱਲ੍ਹ ਚੱਲ ਰਿਹਾ ਹੈ ਰਜਬ ਭੱਟ ਦਾ ਅਤੇ ਉਹਦੀ ਬੀਵੀ ਦਾ ਕੀ ਕੋਈ ਰਫੜ ਹੈਗਾ ਹੈ। ਅਤੇ ਮੇਰਾ ਸਵਾਲ ਤੁਹਾਨੂੰ ਇਹ ਹੈਗਾ ਇਹ ਸਾਰੇ ਮਾਮਲੇ ਨੂੰ ਤੁਸੀਂ ਆਪਣੇ ਤਜਰਬੇ ਦੀ ਰੋਸ਼ਨੀ ਦੇ ਵਿੱਚ ਆਪਣੇ ਜਿਹੜਾ ਬਿਆਨ ਕਰੋ ਕਿ ਇਹ ਕੀ ਹੋ ਰਿਹਾ ਹੈ। ਅਬਦੁਰ ਰਹਿਮਾਨ ਸਾਹਿਬ ਹੋ ਪਤਾ ਕੀ ਰਿਹਾ ਜੀ, ਤੁਸੀਂ ਤਾਂ ਸੋਸ਼ਲ ਮੀਡੀਆ ਨਹੀਂ ਨਾ ਇਸਤੇਮਾਲ ਕਰਦੇ, ਆ ਬੜਾ ਹੀ ਚੰਗਾ ਕੰਮ ਕਰਦੇ ਹੋ, ਤੁਸੀਂ ਸੁਖੀ ਹੋ। ਜੇ ਤੁਹਾਨੂੰ ਇੱਲਤ ਪੈ ਗਈ ਨਾ ਸੋਸ਼ਲ ਮੀਡੀਆ ਦੇਖਣ ਦੀ ਤੇ ਤੁਸੀਂ ਅੱਧੇ ਤੋਂ ਜ਼ਿਆਦਾ ਬਰਬਾਦ ਹੋ ਜਾਓਗੇ। ਤੇ ਜੇ ਤੁਹਾਨੂੰ ਇਹਦੇ ਤੋਂ ਅਰਨਿੰਗ ਹੋਣੀ ਸ਼ੁਰੂ ਹੋ ਗਈ ਨਾ ਫਿਰ ਤੁਸੀਂ ਪਾਟ ਜਾਓਗੇ। ਅਸਲ 'ਚ ਗੱਲ ਪਤਾ ਕੀ, ਮੈਂ ਆਪਣੀ ਗੱਲ ਤੁਹਾਨੂੰ ਦੱਸਣਾ, ਕਿਸੇ ਨੂੰ ਮੈਂ ਕੀ ਤਨਕੀਦ ਕਰੀ, ਮੈਂ ਆਪਣੀ ਗੱਲ ਕਰ ਰਿਹਾ। ਜਿੰਨੇ ਪੈਸੇ ਇਹਨਾਂ ਨੂੰ ਲੱਭ ਰਹੇ ਨਾ YouTube ਤੋਂ ਜਾਂ ਦੂਸਰੇ ਪਲੇਟਫਾਰਮਸ ਤੋਂ, ਇਹਨਾਂ ਦਾ ਕੰਮ ਹੈ ਬਣਦਾ ਹੈ ਕਿ ਇਹ ਸਾਰੀ ਦੁਨੀਆ ਨੂੰ ਕਰਕੇ ਨਾ ਗੁੱਡ ਬਾਏ ਕਰੂਅਲ ਵਰਲਡ, ਜ਼ਾਲਮ ਦੁਨੀਆ ਤੇਰਾ ਖੁਦਾ ਹਾਫਿਜ਼, ਆਪਣੇ ਕੰਮ ਨੂੰ ਪੈ ਜਾਣ। ਰਜਬ ਐਡਾ ਸਮਝਦਾਰ ਲੜਕਾ ਹੈ, ਮੈਂ ਇਹਦੀਆਂ ਇੰਨੀ ਤਾਰੀਫਾਂ ਕੀਤੀਆਂ ਨੇ। ਮੈਂ ਪ੍ਰੋਗਰਾਮ 'ਚ ਗੱਲ ਕਹੀਏ, ਮੈਂ ਕਿਹਾ ਯਾਰ ਪੂਰਾ ਕਾਈਆਂ ਜੇ, ਉਹਨੂੰ ਡੈਡੀ ਮੰਮੀ ਨਾ ਸਮਝੋ, ਆਪ ਬੜਾ ਤੇਜ਼ ਤਰਾਰ ਹੈ। ਕਿਉਂਕਿ ਮੈਂ ਉਹਦੇ ਲੱਭੋ ਲਹਿਜੇ ਤੋਂ ਜਿਹੜੀਆਂ ਚੀਜ਼ਾਂ ਅਬਜ਼ਰਵ ਕੀਤੀਆਂ ਨਾ, ਜਿਹੜੀ ਮੇਰੀ ਆਪਣੀ ਹੁੰਦਾ ਨਾ ਬੰਦੇ ਨਾਲ ਗੱਲ ਕਰਦੇ, ਤੁਸੀਂ ਕਿ ਰਾਏ ਉਹਦੇ 'ਤੇ ਕਾਇਮ ਕਰ ਦਿਓ, ਮੇਰੀ ਉਸ ਰਾਏ ਦੇ ਤੋਂ ਪੂਰਾ ਨਹੀਂ ਉਤਰ ਸਕਿਆ। ਮਿਸਾਲ ਦੇ ਤੌਰ 'ਤੇ ਮੇਰੇ ਜ਼ਿਹਨ 'ਚ ਇੱਕ ਆਪਣੀ ਇੱਕ ਹੈਗੀ ਸੀ ਗੱਲ ਕਿ ਯਾਰ ਇਹ ਬੜਾ ਮੁਸ਼ਕਿਲ ਹਾਲਾਤ ਵੀ ਨਾ ਯਾਨੀ ਕਿ ਫੇਸ ਕਰ ਲੈਣ ਵਾਲਾ ਹੈ। ਕਿਉਂਕਿ ਇਹ ਗਰੀਬ ਮਿਸਾਲ ਹੈ ਕਿ ਬਿਲਕੁਲ ਹੀ ਗਰੀਬ ਘਰ ਤੋਂ ਟੁਰੇ ਨੇ, ਕਾਫੀ ਗੁਰਬਤ ਦੇਖੀ। ਔਰ ਉਹ ਦੱਸਦਾ ਹੈ, ਉਹਨੇ ਗੱਲ ਕਦੀ ਨਹੀਂ ਛੁਪਾਈ। ਉਹਨੇ ਕਹਾ ਜੀ ਮੇਰਾ ਵਾਲਾ ਸਿਕਿਉਰਿਟੀ ਗਾਰਡ ਸੀ। ਇਹਦਾ ਕੱਲ੍ਹ ਪੋਡਕਾਸਟ ਸੀਗਾ, ਬੜੀ ਡਿਟੇਲ 2.5 ਘੰਟੇ ਦਾ ਮੇਰਾ ਲੱਗਾ। ਮੈਂ ਸਾਰਾ ਦਿਨ ਨਹੀਂ ਦੇ ਸਕਿਆ, ਲੇਕਿਨ ਉਹ 'ਚ ਮੈਂ ਕਾਫੀ ਸਾਰਾ ਕੁਛ 20-25 ਮਿੰਟ, ਅੱਧਾ ਘੰਟੇ ਦਾ ਮੈਂ ਦੇਖਿਆ ਸੀ। ਮੈਂ ਕਿਹਾ ਬਾਕੀ ਬਾਅਦ 'ਚ ਦੇਖ ਲਵਾਂਗਾ। ਅਤੇ ਉਹਦੇ 'ਚ ਨਾ ਉਹਨੇ 2-3 ਗੱਲਾਂ ਐਸੀਆਂ ਕੀਤੀਆਂ ਬੜੀਆਂ ਅੱਛੀਆਂ ਕੀਤੀਆਂ। ਉਹਨੇ ਆਪਣਾ ਕੁਛ ਨਹੀਂ ਛੁਪਾਇਆ। ਉਹਨੇ ਕਿਹਾ ਮੇਰੀ ਵਾਲਦਾ ਕੱਪੜੇ ਸੀ, ਸਾਰੀਆਂ ਗੱਲਾਂ ਜਿਹੜੀਆਂ ਲੋਕ ਮਕਸਦ ਗੱਲ ਕਰਨ ਦਾ ਹੈਗਾ। ਇੱਥੇ ਉਹਦੀ ਉਮਰ ਹੈ 28 ਸਾਲ, ਮੇਰੇ ਦਿਨ 'ਚ ਹੈਗਾ ਸੀ 31-32 ਸਾਲ ਦਾ, ਲੇਕਿਨ ਉਹਦੀ 28 ਸਾਲ ਉਮਰ ਹੈ। ਉਹਦੀ ਮੈਂ ਕੱਲ੍ਹ ਪੋਡਕਾਸਟ 'ਚ ਗੱਲ ਸੁਣੀ, ਪਤਾ ਨਹੀਂ ਕਿਸੇ ਹੋਰ ਜਗ੍ਹਾ 'ਤੇ ਮੈਂ ਦੇਖਿਆ। ਹੁਣ ਮੇਰਾ ਬੇਟਾ ਜਿਹੜਾ ਸਭ ਤੋਂ ਛੋਟਾ ਸਭ ਉਹਦੀ ਉਮਰ 28 ਸਾਲ ਹੈ, ਬਲਕਿ ਉਹ 29 ਸਾਲ ਦਾ ਹੋ ਗਿਆ ਜੇ। ਅਤੇ ਵੱਡਾ ਬੇਟਾ ਮੇਰਾ 34 ਸਾਲ ਦਾ ਹੈ, ਉਸ ਤੋਂ ਬਾਅਦ 32 ਸਾਲ ਦਾ। ਅਤੇ ਯਾਨੀ ਮੈਂ ਮਕਸਦ ਗੱਲ ਕਰਦਾ, ਮੇਰੇ ਦਿਨ 'ਚ ਗੱਲ ਸੀ ਕਿ ਯਾਰ ਇਹ ਮੁੰਡਾ ਬਹੁਤ ਤੇਜ਼ ਹੈ। ਅਤੇ ਘਰ ਦੇ ਮਾਮਲਾ ਦੇ ਬਾਰੇ ਤਾਂ ਕਦੀ ਮੇਰੇ ਦਿਨ 'ਚ ਵੀ ਨਹੀਂ ਸੀ, ਘਰ ਦਾ ਮਾਮਲਾ ਵੀ ਕੈਸਾ ਹੈਗਾ। ਉਹਨੂੰ ਮੈਂ ਕੱਲ੍ਹ 3-4 ਪ੍ਰੋਗਰਾਮਾਂ 'ਚ ਮਸ਼ਵਰਾ ਦਿੱਤਾ ਹੈ ਕਿ ਗੱਲ ਸੁਣ ਮੇਰੀ, ਤੇਰਾ ਹਮੇਸ਼ਾ ਮਾਂ ਬਾਪ ਕਮਾਉਂਦਾ ਕਿਹਦੇ ਲਈ? ਆਪਣੀ ਔਲਾਦ ਲਈ। ਬੰਦਾ ਸ਼ਾਦੀ ਕਿਉਂ ਕਰਦਾ? ਬੱਚਿਆਂ ਲਈ। ਬੰਦਾ ਬੱਚਿਆਂ ਨੂੰ ਕਿਉਂ ਪੜ੍ਹਾਉਂਦਾ? ਆਪਣੇ ਬੁਢਾਪੇ ਵਾਸਤੇ। ਬੰਦੇ ਦੀ ਸਾਰੀ ਜ਼ਿੰਦਗੀ ਦਾ ਦਾਰੋਮਦਾਰ ਉਹਦੀ ਵਾਈਫ ਔਰ ਉਹਦੇ ਬੱਚਿਆਂ ਦਾ ਹੁੰਦਾ, ਕਿਉਂਕਿ ਮਾਂ ਬਾਪ ਦਾ ਬੜਾ ਵੱਡਾ ਰੋਲ ਹੈ। ਮੈਂ ਕਿਦੋਂ ਕਹਿ ਰਿਹਾ ਉਹਨਾਂ ਦਾ ਰੋਲ ਨਹੀਂ ਹੈਗਾ। ਮੇਰੀ ਮਾਂ ਸੀ ਨਾ, ਉਹਦੀ ਨੂੰਹ ਸੀ, ਮੇਰੀ ਬੀਵੀ, ਮੇਰੀ ਖਾਲਾ ਦੀ ਧੀ ਵੀ ਸੀ, ਅਤੇ ਨਾਲੇ ਮੇਰੀ ਮਾਂ ਦੀ ਨੂੰਹ ਵੀ ਸੀ। ਉਹਨਾਂ ਦੀ ਆਪਸ 'ਚ ਬੜੀ ਬਣਦੀ ਸੀ। ਅਮੂਮਨ ਮੈਂ ਵੇਖਿਆ ਕਿ ਨੂੰਹ ਸੱਸਾਂ ਦੀ ਨਹੀਂ ਬਣਦੀ, ਲੇਕਿਨ ਰਜਬ ਦਾ ਕੰਮ ਹੈ ਬਣਦਾ ਮਾਂ ਨੂੰ ਮਾਂ ਦੀ ਜਗ੍ਹਾ ਰੱਖੇ, ਬੀਵੀ ਨੂੰ ਬੀਵੀ ਦੀ ਜਗ੍ਹਾ ਰੱਖੇ। ਸੋਹਣਾ ਹੈ, ਮੂੰਹ ਮੱਥੇ ਲੱਗਦਾ, ਕੱਪੜਾ ਪਾਇਆ ਲਾਇਆ ਚੰਗਾ ਲੱਗਦਾ, ਗੱਡੀਆਂ ਬੰਗਲੇ, ਬੁੱਢੀਆਂ ਦੀਆਂ ਇਹੀ ਖੁਆਇਸ਼ਾਂ ਹੁੰਦੀਆਂ ਨਾ। ਅਸੀਂ ਤੇ ਦੇਖਦੇ ਸਾਂ ਜਾਂ ਮੁਸ਼ਾਹਿਦਾ ਸਾਰੀ ਜ਼ਿੰਦਗੀ ਦੇਖਿਆ, ਇਹ ਲੜਾਈਆਂ ਤੇ ਭੁੱਖ ਤੋਂ ਪੈਂਦੀਆਂ। ਅੱਜ ਅੱਲਾ ਦਾ ਦਿੱਤਾ ਸਭ ਕੁਛ ਹੈ, ਭੁੱਖ ਤੋਂ ਪੈਣੀ ਤੇ ਸੁੱਖ ਤੋਂ ਪੈਣੀ, ਸੁੱਖ ਤੋਂ ਪੈਗੀ। ਮੈਂ ਉਹੀ ਗੱਲ ਕਰਨੀ ਆ ਨਾ। ਬਾਰਡਰ ਸਾਹਿਬ ਪਤਾ ਕਿੰਨੇ ਪੈਸੇ ਬਣਾਉਂਦੇ? ਮੇਰੇ ਅੰਦਾਜ਼ੇ ਤੋਂ ਪਹਿਲਾਂ ਕਰੋੜਾਂ ਰੁਪਏ ਮਹੀਨਾ ਮਿਲਦਾ ਜੀ, ਕਰੋੜਾਂ ਰੁਪਇਆ। ਤੇ ਮੇਰੀ ਗੱਲ ਸੁਣੋ, ਉਹਨੂੰ ਇਹ ਚਾਹੀਦਾ ਸੋਚੇ ਕਿ ਅਗਰ ਮਿਸਾਲ ਦੇ ਤੌਰ 'ਤੇ ਅੱਜ ਵੀ ਮੈਂ ਉਹ ਪਤਾ ਨਹੀਂ ਐਨਮ ਸਟੋਰ ਕੇ ਕਿੱਥੋਂ ਦੱਸਦਾ ਕਿ ਮੈਂ ਤਾਂ ਕੰਮ ਕਰਨਾ ਨਾ, ਜੇ ਅੱਜ ਵੀ ਇੱਕ ਫਰਜ਼ ਕਰਨਾ ਹੁੰਦਾ ਨਾ, ਜੇ ਮੈਂ ਅੱਜ ਵੀ ਉਸੇ ਹੀ ਸਟੇਜ ਦੇ ਉੱਤੇ ਹੁੰਦਾ ਤੇ ਮੇਰੀ ਬੁੱਢੀ ਨੇ ਮੈਨੂੰ ਰੋਟੀ ਮੇਰੇ ਕੋਲ ਪੂਰੀ ਨਹੀਂ ਸੀ ਹੋਣੀ, ਠੀਕ ਹੈ ਕਿ ਨਹੀਂ? ਤੇ ਅੱਜ ਮੈਨੂੰ ਅੱਲਾਹ ਤਾਲਾ ਨੇ ਇੰਨਾ ਦੇ ਦਿੱਤਾ ਕਿ ਲੋਕ ਮੇਰੇ ਸ਼ਾਟ ਲੈਣ ਲਈ ਮੇਰੇ ਘਰ ਦੇ ਬਾਹਰ, ਜਿਸ ਤਰ੍ਹਾਂ ਸ਼ਾਹਰੁਖ ਖਾਨ ਮਿਲਣ ਲਈ ਦੁਨੀਆ ਖਲੋਤੀ ਹੈ, ਇਸ ਤਰ੍ਹਾਂ ਉਹਨੂੰ ਮਿਲਣ ਲਈ ਲੋਕ ਖੜੇ ਨੇ। ਤੇ ਉਹਨੂੰ ਚਾਹੀਦਾ ਬਜਾਏ ਇਸ ਦੇ ਕਿ ਇਸ ਚੀਜ਼ ਦੇ ਉੱਤੇ ਆ ਕੇ ਜਿਹੜਾ ਨਾ ਆਪਣੇ ਆਪ 'ਚ ਪ੍ਰਾਊਡ ਲੈਵੇ। ਇਹਨੂੰ ਪ੍ਰਾਊਡ ਹੁਣ ਅਸੀਂ ਪ੍ਰਾਊਡ ਕਹਿੰਦੇ ਪਏ, ਪ੍ਰਾਊਡ ਨਹੀਂ ਗਰੂਰ 'ਚ ਆ ਜਾਂਦਾ। ਤੂੰ ਆਪਣੀ ਬੀਵੀ ਦੇ ਅੱਗੇ ਯਾਨੀ ਕਿ ਭਲਵਾਨੀ ਕਰ ਰਹੇ ਹੈ। ਮੈਂ ਤਾਂ ਸਿੱਧੇ ਲਫ਼ਜ਼ਾਂ 'ਚ ਗੱਲ ਕਹਾਂ, ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਅੱਛੀ ਲੱਗੇ, ਆਈ ਡੋਂਟ ਕੇਅਰ। ਬੀਵੀ ਅੱਗੇ ਕਾਹਦੀ ਭਲਵਾਨੀ? ਤੁਹਾਡੀ ਭਲਵਾਨੀ ਤੁਹਾਡੀ ਬੁੱਢੀ ਅੱਗੇ ਚੱਲ ਸਕਦੀ? ਇਹ ਤਾਂ ਦੋਵੇਂ ਗਾੜੀ ਦੇ ਦੋ ਪਹੀਏ ਨੇ, ਮਿਲ ਕੇ ਚਲਾਉਣਾ ਹੈ। ਉਹਨੇ ਰਜਬ ਨੇ ਗੱਲ ਕਿਹਾ ਜੀ, ਮੇਰੀ ਵਾਈਫ ਨੇ ਇਹ ਗੱਲ ਕਹੀ ਸੀ, ਮੇਰੀ ਯਾਨੀ ਵਾਲਦਾ, ਕਿ ਮੇਰੀ ਸੱਸ ਜਿਹੜੀ ਨੇ ਉਹਨੇ ਪਰਫਿਊਮ ਚੋਰੀ ਕੀਤਾ। ਤੇ ਰਜਬ ਦਾ ਕੰਮ ਹੈ ਬੰਦੇ, ਪਹਿਲੀ ਗੱਲ ਤਾਂ ਕਰਨੀ ਨਹੀਂ ਸੀ ਗੱਲ ਬਣਦੀ। ਜੇ ਕਰ ਲਿੱਤੀ ਹੈ ਤੇ ਮੈਨੂੰ ਦੱਸੋ, ਪਰਫਿਊਮ ਅਗਰ ਉਹਨੇ ਕਿਹਾ ਮੇਰੀ ਮਾਂ ਨੇ ਚੋਰੀ ਕੀਤਾ ਤੇ ਹੋ ਸਕਦਾ ਉਹਦੀ ਮਾਂ ਨੇ ਇਸਤੇਮਾਲ ਕਰਨ ਲਈ ਲਿੱਤਾ ਹੋਵੇ। ਗੱਲ ਕਰਨ ਦਾ ਫਰਕ ਹੁੰਦਾ ਹੈ
ਕਿ ਮੇਰੀ ਵਾਲਦਾ ਨੇ ਤੇਰੀ ਵਾਲਦਾ ਨੇ ਮੇਰਾ ਪਰਫਿਊਮ ਇਸਤੇਮਾਲ ਕਰ ਰਿਹਾ। ਹੁਣ ਇਹ ਜਿਹੜੀ ਗੱਲ ਕਰ ਰਿਹਾ ਇਹਦਾ ਰੱਦੇ ਮਤਲਬ ਕੋਈ ਦੂਸਰਾ ਹੈਗਾ, ਉਹ ਓਨ ਹੈਗਾ ਬੱਚਾ ਜਾਂ ਉਹ ਵਿਚਾਰਾ ਛੋਟਾ ਜਿਹਾ ਹੈਗਾ, ਉਹ ਰਜਬ ਤੋਂ ਵੀ ਛੋਟਾ ਜੇ, ਤੇ ਉਹਨੂੰ ਵਿਚਾਰਾ ਉਹ ਦੇਖੋ ਕਿ ਉਹ ਵੀ ਕਨਫਿਊਜ਼ ਹੋ ਗਿਆ ਨਾ। ਹੁਣ ਇਸ ਉਮਰ 'ਚ ਬੱਚੇ ਨੂੰ ਸਮਝਾਉਣਾ ਮੁਸ਼ਕਿਲ ਹੁੰਦਾ ਹੈ। ਸਾਡੇ ਵਰਗਾ ਬੱਚਾ ਹੈ ਨਾ 55 ਸਾਲ ਦਾ, ਜਲਦੀ ਸਮਝ ਜਾਂਦਾ। ਐਸੇ ਹੀ ਮੈਂ ਤੁਹਾਡੇ ਕੋਲ ਸਵਾਲ ਇਹ ਕੀਤਾ ਕਿ ਤੁਸੀਂ ਰਾਏ ਦਿਓ, ਉਹਨੂੰ ਸਮਝਾਓ ਕਿ ਇਹ ਤੇ ਗੱਲ ਸੁਣੀ ਕਰਦੇ ਨਾਲ ਹੀ ਹੈ। ਅਬਦੁਰ ਰਹਿਮਾਨ ਸਾਹਿਬ ਇਹਦੇ ਨਾ ਰਜਬ ਦੀ ਵਾਲਦਾ ਦਾ ਰੋਲ ਹੋਣਾ ਚਾਹੀਦਾ ਹੈ। ਉਹਦੀ ਵਾਲਦਾ ਨੇ ਹਮੇਸ਼ਾ ਸਾਡੇ ਵਰਗੇ ਬੇਲਗਾਮ ਘੋੜਿਆਂ ਨੂੰ ਲਗਾਮਾਂ ਪਾ ਲਈਆਂ। ਉਹਦੀ ਵਾਲਦਾ ਨੇ ਸਾਡੇ ਵਰਗੇ, ਯਾਨੀ ਮੈਂ ਆਪਣੀ ਗੱਲ ਕਰਨਾ ਪਿਆ ਨਾ, ਮੇਰੇ ਵਰਗੇ ਸਮਝ ਲਓ ਕਿ ਅਹਿਮਕ ਆਦਮੀ, ਨਾਮਾਕੂਲ ਆਦਮੀ, ਕਮ ਜ਼ਰਫ, ਜੋ ਕਹਿਣਾ ਕਹਿ ਲਵੋ, ਉਹਦੀ ਵਾਲਦਾ ਨੇ ਅਗਰ ਸਾਡੇ ਵਰਗਿਆਂ ਨੂੰ ਸਿੱਧੀ ਪਟੜੀ ਤੇ ਚੜਾ ਲੈਣਾ ਤੇ ਉਹਦੀ ਓਨ ਦੀ ਵਾਲਦਾ ਜਾਂ ਈਮਾਨ ਦੀ ਵਾਲਦਾ ਤੇ ਕੋਈ ਚੀਜ਼ ਹੀ ਨਹੀਂ। ਇਹਦੀ ਵਾਲਦਾ ਨੂੰ ਆਪਣਾ ਰੋਲ ਅਦਾ ਕਰਨਾ ਜੇ ਜਾ ਕੇ ਉਹਨੂੰ ਕਹਿਣਗੇ ਮੇਰੇ ਪੁੱਤਰ ਦਾ ਘਰ ਤਬਾਹ ਨਾ ਕਰੋ। ਦੇਖੋ ਉਹ ਰਜਬ ਇਕੱਲਾ ਫੈਮਿਲੀ ਦਾ ਬੱਚਾ ਸੀ, ਹੁਣ 2 ਹੋ ਗਏ, ਛੋਟਾ ਰਜਬ ਵੀ ਆ ਗਿਆ, ਤੇ ਉਹ ਕਿਵਾਨ ਨਾਂ ਜੇ ਉਹਦਾ, ਕਿਵਾਨ ਦਾ ਮਤਲਬ ਹੁੰਦਾ ਬਹਾਦਰ। ਉਸ ਬੱਚੇ ਦਾ ਨਾਮ ਬਹਾਦਰ ਰੱਖ ਕੇ ਉਹਨੂੰ ਡਰਾਕਲ ਬਣਾਤਾ ਨੇ, ਉਹ ਬੱਚਾ ਡਰ ਜਾਏਗਾ। ਇਹ ਰਿਸ਼ਤੇ 2 ਰਿਸ਼ਤਿਆਂ ਦੀ ਵੱਢ ਕੇ ਤੇ ਇਹ ਰਿਸ਼ਤਿਆਂ ਦੀ ਪਹਿਚਾਣ ਦੀ ਉਮਰ ਹੈ। ਉਹਨੇ ਪਾ ਕਰਨਾ ਤੇ ਉਹਨੂੰ ਉੱਥੇ ਦੇਖੋ ਉਹ ਤੋਂ ਕਹਿ ਰਿਹਾ ਕਿ ਮੈਂ 2 ਮਹੀਨੇ ਤੋਂ ਖਰਚਾ ਬੰਦ ਕਰਦਾ। ਇਹ ਗੱਲ ਇਹਨੂੰ ਕਹਿਣੀ ਚਾਹੀਦੀ। ਰਜਬ ਦਾ ਕੰਮ ਹੁੰਦਾ, ਉਹ ਤਾਂ ਕਹਿੰਦਾ ਭਾਜੀ ਠੀਕ ਹੈ ਤੇਰੇ ਨਾਲ ਝਗੜਾ, ਮੇਰਾ ਆਪਣੀ ਬੱਚੇ ਮੇਰੇ ਦਾ ਖਰਚਾ ਲੈ। ਹੁਣ ਉੱਥੇ ਤੁਸੀਂ ਬੀਵੀ ਦੇ ਬਾਰੇ ਗੱਲਾਂ ਕਰਨ ਲੱਗ ਪਏ ਕਿ ਮੈਂ ਆਪਣੀ ਵਾਈਫ ਨੂੰ ਫਲਾਣੇ ਨੇ 5 ਲੱਖ ਸਲਾਮੀ ਦੇ ਦਿੱਤੀ, ਬੱਚੇ ਦੀ ਮੂੰਹ ਵਹਾਈ, ਫਲਾਣੇ ਨੇ 6 ਲੱਖ। ਯਾਰ ਕੀ ਵਾਟ ਇਜ਼ ਦਿਸ ਯਾਰ, ਇਹ ਤੁਹਾਡੇ ਕੈਲੀਬਰ ਦੀਆਂ ਗੱਲਾਂ ਹੈ ਨੇ। ਦੇਖੋ ਨਾ, ਮੇਰੇ ਕੋਲ ਇੰਨੀ ਦੁਨੀਆ ਮਾਸ਼ਾਅੱਲਾ ਆਂਦੀ ਏ ਜਾਂਦੀ ਏ, ਮੈਂ ਅੱਜ ਤੱਕ ਕਦੀ ਕੋਸ਼ਿਸ਼ ਕਰਨਾ ਖਾਣੇ ਦੀ ਵੀਡੀਓ ਨਾ ਬਣੇ। ਯਾਰ ਕਈ ਲੋਕ ਨਹੀਂ ਖਾਣੇ, ਉਹ ਖਾ ਸਕਦੇ, ਅਸੀਂ ਲੋਕਾਂ ਨੂੰ ਵਹਾ ਕੇ ਉਹਨਾਂ ਨੂੰ ਚਸਕਾਦੇ ਫਿਰੀਏ। ਮੈਂ ਸਿਰਫ ਰਜਬ ਨਾਲ ਮਸ਼ਵਰਾ ਦੇਣਾ ਪਿਆ। ਤੁਸੀਂ ਬੜਾ ਅੱਛਾ ਯਾਨੀ ਕਿ ਗੱਲ ਸਵਾਲ ਕੀਤਾ, ਹੋਣਾ ਚਾਹੀਦਾ ਕਿਉਂਕਿ ਸਾਰੀ ਦੁਨੀਆ ਤੇ ਗੱਲ ਕਰ ਰਹੀ। ਮੈਂ ਉਹਨਾਂ ਨੂੰ ਮਸ਼ਵਰਾ ਦੇਣਾ ਪਿਆ, ਰਜਬ ਸਾਹਿਬ ਆਪਣਾ ਘਰ ਬਚਾਓ। ਕਿਹੜੇ ਚੱਕਰਾਂ 'ਚ ਪੈ ਗਏ ਹੋ ਕਿ ਉਹ ਦੁਸ਼ਮਣਾਂ ਨਾਲ ਜਾ ਕੇ ਬਹਿ ਗਿਆ। ਯਾਰ ਦੀ ਪਹਿਲੇ ਤਲਕ ਬਣਾਉਣ ਲੱਗਿਆ ਸੋਚੋ। ਤੁਸੀਂ ਦੋਸਤਾਂ ਨਾਲ ਆਪਣੀ ਫੈਮਿਲੀ ਲੈ ਕੇ ਵੜ ਜਾਂਦੇ ਹੋ। ਮੇਰੇ ਦੋਸਤ ਕਈ ਐਸੇ ਆ ਰਹੇ ਜਿਹੜੇ ਮੇਰੇ ਫੈਮਿਲੀ ਮੈਂਬਰ ਟਾਈਪ ਨੇ, ਲੇਕਿਨ ਉਹਨਾਂ ਨਾਲ ਮੈਂ 10-10 20-20 ਸਾਲ ਜ਼ਿੰਦਗੀਆਂ ਗੁਜ਼ਾਰੀਆਂ। ਤੁਹਾਡੀ ਕੱਲ ਸਲਾਮ ਦੀ ਪਰਸੋਂ ਲੈ ਕੇ ਡਰਾਇੰਗ ਰੂਮ 'ਚ ਬੈਠੇ ਹੁੰਦੇ ਹੋ। ਇਹ ਚੀਜ਼ਾਂ ਜਿਹੜੀਆਂ ਨਾ, ਇਹ ਤੁਹਾਨੂੰ ਜ਼ਿੰਦਗੀ ਤਜਰਬੇ ਦੇ ਰਹੀਆਂ ਨੇ, ਇਹਨਾਂ ਤੋਂ ਹਾਸਲ ਕਰੋ। ਹਰ ਹੱਥ ਬਣਾਉਣ ਵਾਲਾ ਦੋਸਤ ਨਹੀਂ ਹੁੰਦਾ, ਔਰ ਹਰ ਦੋਸਤ ਘਰ ਲਿਜਾਣ ਵਾਲਾ ਨਹੀਂ ਹੁੰਦਾ। ਪਹਿਲੇ ਤੁਸੀਂ ਆਪਸ 'ਚ ਲੱਖਾਂ ਰੁਪਏ ਸੁੱਟਣ ਦੇ ਹੋ ਕਿ ਜਿਵੇਂ ਤੁਸੀਂ ਇੱਕ ਦੂਜੇ ਦੇ ਕਜ਼ਨ ਹੋ, ਤੇ ਅੱਜ ਤੁਸੀਂ ਡਗਨ ਹੋਏ ਪਏ ਹੋ। ਇਹ ਚੀਜ਼ਾਂ ਤੁਸੀਂ ਆਪਣੀ ਆਪਣੇ ਆਪ ਨੂੰ ਗਿਰਬਾਂ 'ਚ ਦੇਖੋ ਨਾ, ਤੁਸੀਂ ਕੀ ਕਰਦੇ ਰਹੇ ਹੋ। ਇਸ ਤਰ੍ਹਾਂ ਦੋਸਤੀਆਂ ਹੁੰਦੀਆਂ ਨੇ। ਤੁਸੀਂ ਉੱਥੇ ਆਪਣੀਆਂ ਫੰਕਸ਼ਨ ਫੈਮਿਲੀ ਲੈ ਕੇ ਅਗਲੇ ਨੂੰ ਬੜੇ ਹੋ, ਅਗਲੇ ਉੱਥੇ ਔਰਤਾਂ ਨੂੰ ਵੇਖ ਕੇ ਔਰਤਾਂ ਦੇ ਚੱਕਰ 'ਚ ਪੈਰ ਸੁੱਟੀ ਜਾ ਰਹੇ, ਸਾਡੀ ਬੜੀ ਬੱਲੇ ਹੋਈ, ਤੇ ਅੱਜ ਉਹ ਤੁਹਾਨੂੰ ਤਾਨੇ ਮੈਨੇ ਵੱਜਦੇ ਪਏ। ਉਹ ਕਿਸੇ ਦੀ ਗੱਲ ਪਿੱਛੇ ਲੱਗੋ, ਬਹੁਤ ਜੀ ਚੰਗੇ ਭਲੇ ਸਮਝਦਾਰ ਹੋ, ਤੁਹਾਡੀਆਂ ਮੈਂ ਇੰਨੀਆਂ ਤਾਰੀਫਾਂ ਦੁਨੀਆ ਨੂੰ ਕਰਨੀਆਂ। ਮੈਂ ਲੋਕਾਂ ਨੂੰ ਕਹਿਣਾ ਰਜਬ ਪੂਰਾ ਜਿਨ ਬਾਬਾ ਹੈ, ਤੇ ਚੰਗੇ ਜਿਨ ਬਾਬਾ ਧਰਨ ਕਰਕੇ ਥੱਲੇ ਜਾ ਪਏ। ਨਹੀਂ ਇੰਜ ਕਰਨਾ। ਮੇਰਾ ਤੁਹਾਨੂੰ ਮਸ਼ਵਰਾ ਹੈ, ਮਤੀਨ ਸਾਹਿਬ ਵਕੀਲ ਸਾਹਿਬ ਨੇ ਪ੍ਰੋਗਰਾਮ ਕੀਤਾ ਨਾ, 1 ਨੰਬਰ ਪ੍ਰੋਗਰਾਮ ਉਸ ਬੰਦੇ ਨੇ ਕੀਤਾ ਹੈ। ਉਹਨੇ ਜੈਨੂਇਨ ਗੱਲ ਕੀਤੀ ਹੈ। ਮਤੀਨ ਸਾਹਿਬ ਦਾ ਹਾਲਾਂਕਿ ਮੈਂ ਨਾ ਐਡੇ ਕਲੋਜ਼ ਕਰਕੇ ਪ੍ਰੋਗਰਾਮ ਨਹੀਂ ਦੇਖਦਾ, ਨਹੀਂ ਟਾਈਮ ਇੰਨਾ ਹੁੰਦਾ, ਲੇਕਿਨ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨੇ ਬੜਾ ਜ਼ਬਰਦਸਤ ਪ੍ਰੋਗਰਾਮ ਕੀਤਾ। ਇਹ ਦੂਸਰੇ ਜਿਹੜੇ ਤੁਹਾਡੇ ਵੈਲ ਵਿਸ਼ਰ ਨੇ, ਇਹਨਾਂ ਦੀ ਗੱਲਾਂ ਨੂੰ ਸਮਝੋ, ਆਪਣੀ ਫੈਮਿਲੀ ਨੂੰ ਦੇਖੋ। ਕਿਸੇ ਉੱਲੂ ਦੇ ਪੱਠੇ ਨੇ ਤੁਹਾਡੇ ਕੰਮ ਨਹੀਂ ਜਾਣਾ। ਸੋਸ਼ਲ ਮੀਡੀਆ ਐਸੀ ਬੇਗੈਰਤੀ ਕਰਦਾ ਪਿਆ, ਐਸੇ ਕਿਸੇ ਦਗੜ, ਮੈਂ ਕੀ ਕਹਾਂ ਤੇ ਲਫ਼ਜ਼ ਮੇਰੇ ਮੂੰਹ 'ਚੋਂ ਕੋਈ ਬੜੀ ਵੱਡੀ ਗਾਲ ਨਿਕਲਣ ਲੱਗੀ ਰਮਜ਼ਾਨ ਦੇ ਮਹੀਨੇ ਦੇ ਵਿੱਚ, ਨਹੀਂ ਮੈਂ ਕੱਢਣੀ ਚਾਹੁੰਦਾ। ਇਹਨਾਂ ਲਈ ਕੱਢਣੀ ਚਾਹੀਦੀ ਵੱਡੀ ਗੱਲ ਹੈ ਕਿ ਮੈਂ ਨਹੀਂ ਕੱਢਾਂਗਾ ਨਾ। ਤੁਸੀਂ ਸਮਝ ਜਾਓ ਮੈਂ ਤੁਹਾਨੂੰ ਜੋ ਕਹਿਣਾ ਚਾਹੁੰਦਾ। ਬੜੇ ਬਗੈਰਤ ਜੇ, ਇਹ ਤੁਹਾਡੇ ਘਰ ਅੱਗ ਲਾ ਕੇ ਛੱਡਣਗੇ। ਇਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੁਹਾਨੂੰ ਜੇ ਬੁਲਾਉਣ ਦੇਣੀਆਂ। ਯਾਰ ਬਹੁਤ ਜੀ ਚੰਗੇ ਭਲੇ ਸਮਝਦਾਰ ਹੋ ਗਏ। ਉਹ ਮਾਂ ਨੂੰ ਮਾਂ ਦੀ ਜਗ੍ਹਾ ਰੱਖੋ, ਭੈਣ ਨੂੰ ਭੈਣ ਦੀ ਜਗ੍ਹਾ ਰੱਖੋ, ਬੁੱਢੀ ਨੂੰ ਬੁੱਢੀ ਜਗ੍ਹਾ ਰੱਖੋ। ਇਹ ਕਿਹੜਾ ਕੰਮ ਹੈ? ਇਹ ਤੇ ਕੋਈ ਕੰਮ ਹੀ ਨਹੀਂ ਹੈਗਾ। ਇਹਨੂੰ ਖੁਦ ਵੇਖੋ ਕਿਸ ਤਰ੍ਹਾਂ ਲੁੱਕ ਆਫਟਰ ਕਰਨਾ ਹੈ। ਖੁਦਾ ਦੀ ਕਸਮੇ, ਲੋਕੀ ਕਿਸੇ ਤੋਂ ਉਂਗਲ ਚੁੱਕਣ ਤਮਾਸ਼ਾ ਬਣਾਉਂਦੇ ਨੇ, ਤੁਸੀਂ ਆਪਣੇ ਆਪ ਨੂੰ ਆਪ ਤਮਾਸ਼ਾ ਬਣਾਈ ਜਾ ਰਹੇ ਹੋ। ਉਹ ਸਰ ਜੀ ਜਾਣਦੇ ਹੋ, ਅੱਲਾ ਨੇ ਤੁਹਾਨੂੰ ਇੱਜ਼ਤ, ਦੌਲਤ, ਸ਼ੋਹਰਤ, ਹਰ ਚੀਜ਼ ਤੋਂ ਨਵਾਜ਼ਤਾ ਹੈ। ਉਹ ਸਿਰਫ ਸਜਦੇ 'ਚ ਰਹੋ। ਬਸ ਮੇਰੀ ਨਸੀਹਤ ਜੇ ਤੁਹਾਨੂੰ ਕੋ, ਤੁਹਾਡੀ ਆਪਣੀ ਮਰਜ਼ੀ। ਕਿਉਂ ਜੀ ਵਾਟਰ ਸਾਹਿਬ? ਇਹ ਮੇਰਾ ਖਿਆਲ ਹੈ ਕਿ ਜੋ ਮੈਂ ਦੇਖਿਆ ਸੁਣਿਆ ਹੈ ਕਿ ਇਹ ਕੋਈ ਇਸ਼ੂ ਵੀ ਨਹੀਂ, ਕਿ ਕਿਸ ਗੱਲ ਤੋਂ ਲੜਾਈਆਂ ਨੇ। ਯਾਰ ਲੜਾਈਆਂ, ਸ਼ਾਦੀ ਹੋਈ ਹੈ ਨਾ, ਹਨੀਮੂਨ ਮਨਾਉਣ ਨਹੀਂ ਜਾਂ ਹੁੰਦਾ ਗਏ। ਪਹਿਲੇ ਦਿਨ ਇਹਦੀ ਸ਼ਾਦੀ ਦੇ ਇੱਕ ਬੰਦੇ ਨੇ ਰਾਈਫਲ ਦੇ ਦਿੱਤੀ, ਇੱਕ ਬੰਦੇ ਨੇ ਸ਼ੇਰ ਦੇ ਦਿੱਤਾ, ਉੱਥੋਂ ਪਰਚੇ ਹੋਣੇ ਸ਼ੁਰੂ ਹੋ ਗਏ। ਫਿਰ ਇਹ ਫਲਾਣਾ ਪਰਚਾ ਟਮਕਾਣਾ ਪਰਚਾ, ਯਾਨੀ ਉਹ ਕ੍ਰਾਈਸਿਸ ਹੀ ਰਿਹਾ। ਪੈਸੇ ਮੋਟੇ ਆਉਂਦੇ ਰਹੇ ਨੇ। ਮਿਸਅੰਡਰਸਟੈਂਡਿੰਗ ਆਪਣੀ ਵਾਈਫ ਦੇ ਨਹੀਂ ਮਿਸਅੰਡਰਸਟੈਂਡਿੰਗ ਨਹੀਂ ਯਾਰ। ਉਹ ਅਸਲ ਜਨਾ ਬੁੱਢੀ ਜਿਹੜੀ ਨਾ, ਇਹਦੀ ਬੁੱਢੀ, ਉਹਦੇ ਵੀ ਥੋੜੀ ਨਾ, ਮੈਂ ਹੁਣ ਕੀ ਕਹਾਂ, ਮੈਂ ਉਹਦੀਆਂ ਬੜੀ ਰਿਸਪੈਕਟ ਕਰਨਾ, ਬੱਚੀ ਮਾਸੂਮ ਲੱਗਦੀ ਹੈ, ਲੇਕਿਨ ਮੈਂ ਕਹਿੰਦਾ ਵਾ ਯਾਰ ਉਹ ਵੀ ਕਿਸੇ ਨਾਲ ਖੱਚ ਮਾਰ ਜਾਂਦੀ। ਹੁਣ ਦੇਖੋ ਨਾ, ਮੈਂ ਅਗਰ ਰਜਬ ਨੂੰ ਕਹਿਣ ਡਿਆ ਚੰਗਾ ਤੇ ਚੰਗੇ ਤੋਂ ਬੁਰਾ ਤੇ ਬੁੱਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਤੁਹਾਨੂੰ ਦੱਸਣ ਲੱਗਾ ਨਾ, ਉਹਦੀ ਬੁੱਢੀ ਸ਼ੱਕੀ ਬੜੀ ਹੈ। ਮੈਂ 2 ਵਾਰੀ 3 ਵਾਰੀ ਉਸ ਬੁੱਢੀ ਨੂੰ ਮੈਂ ਕਿਹਾ, ਬੱਚੀ ਨੂੰ ਮੈਂ ਕਿਹਾ, ਮੈਂ ਬੇਟੀ ਕਰਕੇ, ਮੈਂ ਕਿਹਾ ਬੇਟਾ ਤੂੰ ਮਾਸੂਮ ਨੇ, ਤੇਰਾ ਚਿਹਰਾ ਮਾਸ਼ਾਅੱਲਾ ਦੱਸਦਾ ਤੂੰ ਬੜੀ ਮਾਸੂਮ ਹੈ।
ਉਹਦਾ ਬੱਚੀ ਦਾ ਕੰਮ ਹੁੰਦਾ ਮੈਨੂੰ ਆਪਣਾ ਪਿਓ ਸਮਝ ਗਿਆ ਨਾ, ਉਹਦਾ ਵਾਲਦ ਨਹੀਂ ਹੈਗਾ, ਉਹਦਾ ਕੰਮ ਹੁੰਦਾ ਮੈਨੂੰ ਆਪਣਾ ਪਿਓ ਸਮਝ ਲਵੇ, ਮੈਨੂੰ ਆਪਣਾ ਪਿਓ ਸਮਝ ਗਿਆ। ਬਾਈ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਸਹੀ ਕਹਿ ਰਹੇ ਹੋ। ਰਜਬ ਨੂੰ ਮਾਰੇ ਟੈਲੀਫੋਨ, ਉਹਨੂੰ ਕਿ ਮੇਰੀ ਮਾਂ ਨੂੰ ਛੱਡ, ਮੇਰੇ ਭਰਾ ਨੂੰ ਛੱਡ, ਮੈਂ ਰਕਸ਼ੇ ਦੇ ਬਹਿ ਕੇ ਤੇਰੇ ਲਾ ਰਹੀ ਹਾਂ। ਉਹਦੇ ਘਰ ਚਲੀ ਗਿਆ, ਰਜਬ ਨੂੰ ਗਲੇ ਲਾਏਗਾ। ਇਹ ਰਜਬ ਨੂੰ ਜ਼ੇਰ ਕਰਨ ਤੁਰ ਪਈਆਂ ਨੇ। ਉਹ ਬੱਚਾ ਹੈ, ਉਹ ਮੇਰੀ ਨਜ਼ਰ 'ਚ ਬਾਲ ਹੈ, ਉਹ ਬਸ ਇਹ ਜਰਫੜ, ਹੋਰ ਕੋਈ ਗੱਲ ਨਹੀਂ। ਨਾਲੇ ਸ਼ਾਇਦ ਸਾਹਿਬ ਬੰਦੇ ਜ਼ੇਰ ਹੁੰਦੇ ਵੀ ਨਹੀਂ, ਉਹ ਨਹੀਂ ਹੁੰਦੇ ਜ਼ੇਰ, ਲੇਕਿਨ ਘਰਾਂ ਦੇ ਮਾਮਲੇ 'ਚ ਹੋਣਾ ਚਾਹੀਦਾ ਹੈ। ਉਹ ਮੇਰੀ ਬੁੱਢੀ ਨੇ ਮੈਨੂੰ ਕਈ ਵਾਰ ਕਿਹਾ ਜਾਓ ਜਾ ਕੇ ਖਸਮਾਂ ਨੂੰ ਕਹੋ, ਮੈਂ ਜਾ ਕੇ ਨਾ ਮੈਂ ਕਿਹਾ ਸਾਲਨ ਗਰਮ ਕਰ ਦੇ, ਉਹਨੇ ਕਿਹਾ ਲੈ ਕੇ ਆਣਾ ਸੀ ਬਾਹਰੋਂ ਆਂਡੇ। ਉਹ ਅਸੀਂ ਰਜਬ ਤੋਂ ਵੀ ਗਏ ਗੁਆਚ, ਸਾਡੀਆਂ ਬੁੱਢੀਆਂ ਸਾਨੂੰ ਅੱਖਾਂ ਮਾਰ ਦਿੰਦੀਆਂ। 5-6 ਵਾਰੀ 5-7 ਵਾਰੀ ਜ਼ਿੰਦਗੀ ਜਾਂਚ ਹੈ। ਮੈਂ ਗਿਆ, ਮੈਂ ਕਿਹਾ ਮੇਰਾ ਸਿਰ ਦਬਾ ਦੇ, ਕਹਿੰਦੀ ਮੈਂ ਥੱਕੀ ਪਹਿਲੇ ਮੈਨੂੰ ਦਬਾਓ। ਮੈਂ ਉਹਨੂੰ ਤਾਂ ਹੀ ਕਰਾਂ, ਮੈਂ ਉੱਠ ਕੇ ਮੈਂ ਉਹਨੂੰ ਬਾੜ ਤੇ ਦਬਾਉਣਾ ਸ਼ੁਰੂ ਕਰਤਾ। ਹੁਣ ਸਾਨੂੰ ਕੋਈ ਬੁੱਢੀ ਥੱਲੇ ਲੱਗੇ, ਘਰ ਵਸਾਲਾ ਸੇ ਓਏ ਘਰ ਵਸਾਉਣਾ ਚਾਹੀਦਾ ਹੈ, ਇਹ ਹਰ ਘਰ ਦੀ ਕਹਾਣੀ ਹੈ। ਮੈਂ ਕਹਿੰਦਾ ਚੀਫ ਆਫ ਆਰਮੀ ਸਟਾਫ ਨਾ ਸਾਡਾ, ਉਹ ਵੀ ਘਰ ਚਾਲੂ ਹੁੰਦਾ ਹੋਣਾ। ਸਾਡੇ ਆਈ ਜੀ ਪੰਜਾਬ ਡਾਕਟਰ ਉਸਮਾਨ ਸਾਹਿਬ ਦੇ ਘਰਾਂ ਦੇ ਦੇਖੋਗੇ ਹੁਕਮਰਾਨੀ ਤੇ ਫਿਰ ਔਰਤਾਂ ਦੀ, ਕਿਉਂਕਿ ਘਰ ਉਹਨਾਂ ਦੇ ਸਿਰ ਤੇ ਚੱਲਣਾ ਹੈ। ਓਏ ਅਬਦੁਰ ਰਹਿਮਾਨ ਸਾਹਿਬ, ਸਾਡੇ ਫੈਸਲ ਕਾਮਰਾ ਸਾਹਿਬ ਲਾਹੌਰ ਦੇ ਇੱਕ ਟੈਟ ਕਿਸਮ ਦੇ, ਫੁੱਲ ਟਾਈਟ ਕਿਸਮ ਦੇ ਪੁਲਿਸ ਅਫਸਰ ਨੇ। ਘਰ 'ਚ ਮੈਂ ਤੁਹਾਨੂੰ ਗਰੰਟੀ ਦੇਣਾ ਘਰ 'ਚ ਉਹਨਾਂ ਦੀ ਵੀ ਨਹੀਂ ਚੱਲਦੀ ਹੋਣੀ। ਉਹ ਸਰ ਜੀ ਹਰ ਘਰ ਦੀ ਕਹਾਣੀ ਹੈ ਵੇ, ਕਿਤੇ ਕੋਈ ਰੋਲਾ ਹੈ, ਕਿਤੇ ਕੋਈ ਰੋਲਾ ਹੈ, ਸਟਾਈਲ ਮੁਖਤਲਿਫ ਹੈ। ਇਹ ਰਜਬ ਇੱਧਰ ਦੇਖੋ, ਤੁਹਾਨੂੰ ਨਹੀਂ ਪਤਾ ਅਬਦੁਰ ਰਹਿਮਾਨ ਸਾਹਿਬ ਵੀਡੀਓ ਲੱਗਦੀ ਨਾ, ਕੁਰਾਨ ਦੀ ਕਸਮ 24 ਘੰਟੇ 3 ਮਿਲੀਅਨ ਤੋਂ ਉੱਤੇ ਲੋਕ ਵੇਖਦੇ ਨੇ। ਉਹ ਤਾਂ ਐਸੇ ਨਹੀਂ ਬਈ ਕਿ ਰਜਬ ਫੈਮਿਲੀ ਹੈ, ਐਨਾ ਹੈਗਾ, ਇਹਦਾ ਕੰਮ ਹੈ ਬਣਦਾ ਹੈ ਗੁੱਡ ਬਾਏ ਕਰੂਅਲ ਬਰਡ, ਜ਼ਾਲਮ ਦੁਨੀਆ ਤੇਰਾ ਆਪਣੇ ਕੰਮ ਨਾ ਕੰਮ ਰਹਾ। ਨੌਜਵਾਨ ਨਸਲ ਬਹੁਤ ਪਸੰਦ ਕਰ ਰਹੀ ਹੈ, ਔਰ ਐਡਾ ਵੱਡਾ ਫੈਸਲਾ ਇਹ ਘਰ ਟੁੱਟਣ ਵਾਲਾ ਕੋਈ ਅੱਛਾ ਨਹੀਂ ਹੁੰਦਾ। ਲੋਕਾਂ ਦੇ ਅੱਛਾ ਕੱਲ ਉਹਨੇ ਕਿਤੇ ਕਹਿਤਾ ਕਿ ਜੀ ਉਹ ਪਤਾ ਨਹੀਂ ਉਹਨੇ ਕੋਈ ਇੰਗਲਿਸ਼ ਕੁਛ ਹੋਰ ਲਫ਼ਜ਼ ਗਿਆ ਕਿ ਜੀ ਮੈਂ ਇਸ ਚੀਜ਼ ਨੂੰ ਲਾਈਕ ਨਹੀਂ ਕਰਦਾ, ਤੇ ਉਹਨੇ ਤੋਂ ਸਮਝ ਲਓ ਤੇ ਰਹਿੰਦਾ ਕਿ ਰਜਬ ਨੇ ਕਹਿਤਾ ਮੈਂ ਤਲਾਕ ਲੋ, ਤਲਾਕ ਥਾ। ਇਹਨਾਂ ਨੇ ਕਰਾ ਕੇ ਛੱਡਣੀ ਮੀਡੀਆ ਵਾਲੇ ਨੇ। ਐਡੇ ਕ ਸੋਸ਼ਲ ਮੀਡੀਆ ਤੇ ਐਡੇ ਕ ਹਰਾਮ ਦੀ ਆਵਾਮ ਕੰਮ ਕਰਦੀ। ਮੇਰਾ ਅਬਦੁਰ ਰਹਿਮਾਨ ਸਾਹਿਬ, ਉਹ ਤੁਹਾਡੀ ਸੋਚ ਹੋਈ, ਖੁਦਾ ਦੀ ਕਸਮ ਇੱਥੇ ਬਹਿ ਕੇ ਮੈਨੂੰ ਪਤਾ ਕਹਿੰਦੇ ਨੇ ਚੋਏ ਸਾਹਿਬ ਜਾਣ ਕੇ ਉਹ ਗੱਲ ਐਂ ਪੁੱਠੀ ਕਰਨਾ, ਉਹਨਾਂ ਨੂੰ ਤਾਂ ਥੰਬਨੇਲ ਬਣਾਉਣਾ ਹੁੰਦਾ ਵੀਡੀਓ ਵਿਖਾਉਣ ਲਈ। ਮੇਰੇ ਪ੍ਰੋਗਰਾਮ ਖੋਲ ਕੇ ਦੇਖੋ ਮੈਂ ਕੀ ਉੱਤੇ ਲਿਖਣਾ, ਸ਼ਾਹਿਦ ਚੌਧਰੀ ਅਬਦੁਰ ਰਹਿਮਾਨ ਆਮਨੇ ਸਾਹਮਣੇ। ਉਹ ਜਿਹਨੇ ਵੇਖਣਾ ਵੇਖੋ, ਨਹੀਂ ਵੇਖਣਾ ਚਾਹੋ ਦਫਾ ਹੋ, ਮੈਂ ਨਹੀਂ ਤੁਹਾਡੀ ਮਿੰਨਤਾਂ ਮੈਂ ਨਹੀਂ ਜੇ ਕਰ ਰਹੀ। ਐਡੀਆਂ ਕੰਮ ਦੀਆਂ ਗੱਲਾਂ ਸੀ ਕਰ ਰਿਹਾ, ਉੱਤੇ ਮੈਂ ਲਿਖਾਂ ਉਹ ਲਾਸ਼ੋਂ ਕੇ ਰਕਸ, ਮੈਂ ਨਹੀਂ ਲਿਖ ਸਕਦਾ। ਇਹ ਸਾਰੀ ਦੁਨੀਆ ਮੈਨੂੰ ਕਹਿ ਦੇ, ਉਹ ਮੇਰੇ ਜਿਹਨਾਂ ਸਾਦਾ ਮੈਂ ਭਲਾ ਕੀ, ਮੈਂ ਕਹਿੰਦਾ ਸਿਰਫ ਇੰਨਾ ਲਿਖਿਆ ਹੋਵੇ ਨਾ ਕਿਸ਼ਤ ਨੰਬਰ 22 ਕਿਸ਼ਤ ਨੰਬਰ 23, ਬਸ ਵੀਡੀਓ ਚੱਲਦੀ ਰਹੇ। ਇਹ ਹੂ ਹਾ ਕਰਕੇ ਇੰਤਸ਼ਾਰ ਮੈਂ ਇਹਨਾਂ ਚੀਜ਼ਾਂ ਨੂੰ ਲਾਈਕ ਨਹੀਂ ਕਰਦਾ। ਇੱਥੇ ਪੁੱਠੀ ਗੱਲ ਕਰਦੇ ਨੇ, ਇਹਨਾਂ ਦੀ ਤਲਾਕ ਦੀ ਵਜ੍ਹਾ ਕਰਕੇ ਮੀਡੀਆ ਚੱਲਦਾ ਪਏ। ਉਹਨਾਂ ਨੂੰ ਆਪਣੇ ਕੰਮ ਦੇ ਨਾਲ, ਆਪਣੇ ਕੰਮ ਨਾਲ ਕੰਮ, ਉਹਨਾਂ ਨੂੰ ਇਮਾਨ ਭਾਂਡੇ ਬੜੇ ਰਜਬ ਗਟਰ 'ਚ ਜਾ ਕੇ ਡਿੱਗੇ, ਉਹਨਾਂ ਨੂੰ ਕੀ ਲੱਗੇ? ਉਹ ਦੋਨੋਂ ਹੀ ਪਾਗਲ ਬਣੇ ਪਏ। ਉਹ ਜਾ ਕੇ ਉਹਨੂੰ ਉਹ ਦੁਨੀਆ ਦਾ ਆਖਰੀ ਲੁੱਚਾ ਬੰਦਾ ਏ ਜਿਹਨੂੰ ਜਾ ਕੇ ਰਜਬ ਬੁਲਾ ਕੇ ਘਰ ਆਪਣੇ ਦੇ ਰਿਹਾ ਪੋਡਕਾਸਟ, ਉਹ ਲੁੱਚਾ ਹੈ। ਲੇਕਿਨ ਰਜਬ ਨੂੰ ਪੂਰਾ ਰੱਸੀਆਂ ਪਾ ਉਹਨੂੰ ਕਾਬੂ ਕੀਤਾ। ਸਾਹਬ ਨਜ਼ਰ ਆ ਰਿਹਾ ਕਿ ਰਜਬ ਕੋਲ ਪੂਰਾ ਚਾਲੂ ਹੋਇਆ, ਨਹੀਂ ਤਾਂ ਕਾਬੂ ਕਿਸੇ ਦਾ ਨਹੀਂ ਜਾਂਦਾ। ਇਹ ਨਹੀਂ ਰਜਬ ਪੈਸੇ ਪੂਸੇ ਖਰਚਣ ਵਾਲਾ ਕੋਈ ਨਹੀਂ ਹੈਗਾ ਕਿ ਤੁਸੀਂ ਕੋਈ ਪੈਸੇ ਦੇ ਕੇ ਉਹਨੂੰ ਪ੍ਰੋਗਰਾਮ ਕਰਾਇਆ, ਉਹ ਨਹੀਂ ਕਿਸੇ ਨੂੰ ਦਿੰਦਾ। ਉਹਦਾ ਇੰਟਰਵਿਊ ਕਰਕੇ ਵਿਊਜ਼ ਇੰਨੇ ਆਉਂਦੇ ਨੇ ਲੋਕਾਂ ਨੂੰ, ਪੈਸੇ ਉਹਨਾਂ ਨੇ ਕਰਨੇ। ਉਹ 3-4 ਮਿਲੀਅਨ ਤੇ ਗਿਆ ਜੇ, ਉਧਰੋਂ ਡੋਡਾ ਖੋੜਾ ਆ ਗਿਆ। ਤੇ ਮਕਸਦ ਗੱਲ ਕਰਨ ਦਾ ਹੈਗਾ ਕਿ ਇਹ ਨਹੀਂ ਕੰਮ ਬਣਦਾ। ਆਪਣੇ ਸਾਲੇ ਨੂੰ ਯਾਰ ਇੱਕ ਬੱਤਖ ਸੀ ਬਾਰਡਰ, ਉੱਥੇ ਮੈਂ ਤਾਂ ਕਿੰਨੀਆਂ ਬੱਤਖਾਂ ਰੱਖੀਆਂ ਨਾ, ਕੁੱਤਾ ਛੱਡਿਆ ਉਹਦੇ ਬੱਚੇ ਨੂੰ ਫੜਨ ਲੱਗਾ ਕੁੱਤਾ, ਤੇ ਬੱਤਖ ਪਰ ਕੋਲ ਹੋ ਕੇ ਖਲੋ ਗਈ। ਇਹ ਰਜਬ ਨੇ ਉਹ ਕੰਮ ਕੀਤਾ, ਉਹ ਉਹਨੂੰ ਸਾਹਮਣੇ ਖਿਲਾਰ ਰਿਹਾ। ਉਹ ਵਿਚਾਰਾ ਨਿੱਕਾ ਜਿਹਾ ਬੱਚਾ ਹੈਗਾ ਵੀ ਚੂੰਗੜਾ ਬਾਲ ਹੈ ਵਿਚਾਰਾ ਛੋਟਾ ਜਿਹਾ, ਉਹ ਕੀ ਕਰੇ ਫਿਰ ਮੈਨੂੰ ਦੱਸੋ? ਜਦੋਂ ਤੁਸੀਂ ਉਹ ਤੇ ਚੜੋਗੇ ਉਹਨੂੰ ਆਪਣੇ ਸਾਹਮਣੇ ਖਿਲਾਰੋਗੇ, ਖੀਰੋ ਖਲੋਈਏ, ਇਹ ਜੇ ਕੰਮ। ਤੇ ਦੁਸ਼ਮਣ ਦੇ ਮੌਕੇ ਲੱਭ ਰਹੇ ਨੇ ਮੁਹਾਲਫ ਕਿ ਐਸੀ ਕੋਈ ਹਰਕਤਾਂ ਹੋਣ। ਖੁਦਾ ਪਾਕ ਦੀ ਕਸਮ ਹੈ, ਰਜਬ ਸਾਡੇ ਪਾਕਿਸਤਾਨ ਦਾ ਸ਼ਾਹਰੁਖ ਖਾਨ ਜੇ, ਸਾਡੇ ਪਾਕਿਸਤਾਨ ਦਾ ਆਮਰ ਖਾਨ ਜੇ, ਸਾਡੇ ਪਾਕਿਸਤਾਨ ਦਾ ਸਲਮਾਨ ਖਾਨ ਹੈ। ਉਹਨੂੰ ਸਮਝ ਨਹੀਂ ਆਣ ਡਈ ਉਹ ਕਿਹੜੇ ਚੱਕਰਾਂ ਪੈ ਗਿਆ ਕਿ ਜੀ ਉਹ ਮੇਰੀ ਮਾਂ ਦਾ ਯਾਰ ਐਡੀ ਹਲਕੀ ਗੱਲ ਕਰਨੀ ਬਣਦੀ ਨਹੀਂ। ਅਨੁਸੁਨੀ ਨਹੀਂ, ਅਨੁਸੁਨੀ ਕਰ ਰਿਹਾ ਕੋਈ ਗੱਲ ਨਹੀਂ, ਕੋਈ ਸ਼ੁਰੂ ਹੈ ਕਿ ਬਈ ਉਹਨੇ ਤੇਰੀ ਬੀਵੀ ਨੇ ਤੈਨੂੰ ਕਿਹਾ ਨਾ ਤੇਰੀ ਅੰਮੀ ਨੇ ਮੇਰਾ ਪਰਫਿਊਮ ਚੋਰੀ ਕਰ ਲਿਆ, ਉਹਨੇ ਤੈਨੂੰ ਹੀ ਕਿਹਾ, ਤੇ ਤੂੰ ਉਹਨੇ ਕਿਹਾ ਠੀਕ ਅੰਮੀ ਲੈ ਗਈ ਕੋਈ ਗੱਲ ਨਹੀਂ, ਤੂੰ ਨਵਾਂ ਲੈ ਲੈ, ਨਵਾਂ ਲਿਆ ਦਿਓ। ਯਾਰ ਇਹ ਮੈਨੂੰ ਸਮਝ ਨਹੀਂ ਆ ਰਹੀ। 28 ਸਾਲ ਰਜਬ ਦੀ ਵਾਲਦਾ ਚਾਹੀਦਾ ਰਜਬ ਨੂੰ ਸਮਝਾਵੇ, ਰਜਬ ਨੂੰ ਕਹੇ ਕਿ ਬੇਟੇ ਆਪਣਾ ਘਰ ਬਰਬਾਦ ਨਾ ਕਰ। ਇੱਕ ਪੋਜ਼ਿਟਿਵ ਵਾਲਦਾ, ਔਰ ਉਹਦੀ ਵਾਲਦਾ ਹੈ ਵੀ ਪੋਜ਼ਿਟਿਵ, ਉਹਦੀ ਵਾਲਦਾ ਨਹੀਂ ਉਹ ਜੀ ਯਾਨੀ ਕਿ ਸ਼ਰਾਰਤੀ ਟਾਈਪ ਔਰਤ ਨਹੀਂ, ਬਹੁਤ ਅੱਛੀ ਔਰਤ ਨੇ। ਔਰ ਈਮਾਨ ਦੀ ਵਾਲਦਾ ਤੇ ਮੈਂ ਕਦੀ ਡਿਸਕਸ ਨਹੀਂ ਹੋਈ, ਤਾਂ ਮੇਰੀ ਫੋਨ ਤੇ ਗੱਲ ਅਲਬੱਤਾ ਹੋਈ। ਤੇ ਮੈਂ ਇਹਦੇ ਬ੍ਰਦਰ ਇਨ ਲਾ ਨਾ, ਸਾਲੇ ਦਾ ਲਫ਼ਜ਼ ਬੁਰਾ ਹੈ, ਮੈਂ ਤੇ ਬ੍ਰਦਰ ਇਨ ਲਾ ਨੂੰ ਉੱਥੇ ਬੁਲਾਵਾਂਗਾ, ਮੈਂ ਉਹਦੇ ਪੋਡਕਾਸਟ ਕਰਨਾ, ਉਹਦੇ ਮੈਨੂੰ ਕਹਾਂਗਾ ਅਪੋਲੋਜਾਈਜ਼ ਕਰ ਰਜਬ ਕਰੋ ਨਾ, ਤੂੰ ਅਮੀ ਵਿੱਚ ਆਪਣੀ ਭੈਣ ਦੇ ਤੇ ਭਰਾ ਭਰਵਈਏ ਲੜਾਈ ਤੂੰ ਪਹਿਲੇ ਆਪਣੀ ਤੇ ਪਸੰਦ ਨਾਲ ਵਿਆਹ ਕੀਤਾ, ਇੱਕ ਮਿਸਾਲੇ ਘਰ ਵਾਲਿਆਂ ਨੇ ਮਿਲ ਕੇ ਹਜੇ ਕੋਈ ਸਾਲ 2 ਸਾਲ ਵੀ ਨਹੀਂ ਲੱਗੇ। ਤੇ ਮੇਰਾ ਖਿਆਲ ਹੈ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਸ਼ਾਦੀ ਹੋਈ, ਲੇਕਿਨ ਸ਼ਾਦੀ ਬੇੜਾ ਗਰਕ ਕਰ ਗਿਆ ਤੇਰਾ, ਸ਼ਾਦੀ ਉਹਨੂੰ ਤੰਗ ਫਲਾਦਾ ਹੈ। ਦੇ ਬਾਰਡਰ ਕੋਈ ਬੁੱਢੀ ਵੀ ਨਹੀਂ ਚਾਹੁੰਦੀ ਕਿ ਤੇਰੇ
ਉਸ ਉਹਦੇ ਖਾਮਨ ਦਾ ਨਾ ਤਲਕ ਕਿਸੇ ਬਾਹਰ ਔਰਤ ਨਾਲ ਹੋਵੇ। ਇਹਨਾਂ ਦੀ ਫੀਲਡ ਹੈ ਹਜੀ ਰਜਬਰਾਂ ਦੀ। ਮੈਂ ਉਹਦੀ ਬੁੱਢੀ ਨੂੰ ਪ੍ਰੋਗਰਾਮ ਹੈ, ਮੈਂ ਕਿਹਾ ਤੂੰ ਕਿਉਂ ਸ਼ੱਕ ਕਰ ਰਿਹਾ? ਤੇਰਾ ਬੰਦਾ ਤੈਨੂੰ ਖਾਣ ਪੀਣ ਨੂੰ ਦਿੰਦਾ ਨਾ ਚੰਗਾ, ਪਾਣ ਲਾਣ ਨੂੰ ਚੰਗਾ ਦਿੰਦਾ ਕਿ ਵੀ ਇਹ ਤੂੰ ਕੱਪੜੇ ਮੰਗ, ਜਿੱਥੇ ਵੀ ਜਾਵੇ ਆਣਾ ਤੇ ਤੇਰੇ ਕੋਲ ਹੀ ਉਹਨੇ, ਆਣਾ ਤੇਰੇ ਕੋਲ ਹੀ ਹੈ। ਤੇ ਤੂੰ ਮਕਸਦ ਹੈ ਗੱਲ ਕਰ, ਉਹਨੂੰ ਫ੍ਰੀ ਹੈਂਡ ਦੇ, ਉਹਨੂੰ ਆਪਣਾ ਕੰਮ ਖੁੱਲ ਕੇ ਕਰ। ਇਹ ਕੰਮ ਹੈਗਾ ਮੈਂਟਲੀ ਸੈਟਿਸਫੈਕਸ਼ਨ ਦਾ। ਉਹ ਰਜਬ ਨੂੰ ਉਹ ਲੁੱਝ ਗਿਆ ਹੈ। ਮੈਂ ਹੈਰਾਨ ਆ ਯਾਰ, ਵਿਚਾਰਾ ਵੀਲੌਗ ਕਿਸ ਤਰ੍ਹਾਂ ਬਣਾ ਲੈਂਦਾ। ਮੇਰੀ ਸਮਝ ਆ ਗੱਲ ਨਹੀਂ ਆਉਂਦੀ ਮੈਨੂੰ ਜ਼ਰਾ ਕਿ ਨਹੀਂ। ਆਪਣੇ ਬਾਬਰ ਨੇ ਛੋਟੀ ਖੱਚ ਮਾਰੀ ਹੈ ਤੇ ਮੇਰਾ ਮਾਈਂਡ ਹੀ ਨਹੀਂ ਸੈੱਟ ਹੋ ਰਿਹਾ। ਅੱਜ ਇੰਨੀ ਟੈਨਸ਼ਨ ਕਿਦੋਂ ਕੁਝ ਉਹ ਵਿਚਾਰਾ ਉਹ ਵੀ ਵਿਚਾਰਾ, ਲੇਕਿਨ ਵਿਚਾਰਾ ਵੀ ਬੇਵਕੂਫ ਬਣਿਆ ਪਿਆ। ਉਹ ਜਾਣ ਕੇ ਪਾਗਲ ਬਣੀ ਫਿਰਦਾ ਪਿਆ। ਲੋਕਾਂ ਦੇ ਹੱਥਾਂ 'ਚ ਨਹੀਂ ਖੇਲਣਾ ਚਾਹੀਦਾ। ਉਹ ਨਹੀਂ ਖੇਡ, ਲੋਕਾਂ ਦਾ ਮੋਹਰਾ ਬਣਿਆ ਸੀ। ਆਪਣੇ ਆਰਾਮ ਨਾਲ ਸਾਰੇ ਕੰਮ ਛੱਡ, ਚੁੱਪ ਕਰਕੇ ਜਿਹੜਾ ਆਪਣੀ ਬੀਵੀ ਨੂੰ ਉਹਨੂੰ ਫੋਨ ਕਰ। ਉਹਨੇ ਕਿਹਾ ਇਮਾਨ ਲੈ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਇਮਾਨ ਨੂੰ ਫੋਨ ਕਰ ਰਹੇ ਹੋ ਬੱਚੀ ਨੂੰ, ਉਹਨੂੰ ਕੋਈ ਬੰਦੇ ਦੀ ਪੁੱਤਰ ਬਣ ਜਾ। ਉਹ ਕਹੇ ਮੈਂ ਬਣ ਗਈ। ਉਹਨੂੰ ਜਾ ਕੇ ਆਰਾਮ ਨਾਲ ਗੱਡੀ ਦੇ ਬਾਹਰ ਘਰ ਲਿਆ ਕੇ ਆਪਣੇ ਕਮਰੇ ਰੱਖਿਓ। ਘਰ ਰਹੀ ਉਹ ਰਜਬ, ਉਹ ਕਹਿੰਦਾ ਆਪਣੀ ਮੇਰੇ ਘਰ ਨਹੀਂ ਹੈ ਰਹੀ ਬਈ, ਜਦੋਂ ਖਾਮਦ ਹੀ ਘਰ ਨਹੀਂ ਉਹਨੂੰ ਤੇ ਰਹਿ ਕੇ ਕੀ ਕਰਨਾ। ਪਹਿਲੀ ਅੰਡਰਸਟੈਂਡਿੰਗ ਹਮੇਸ਼ਾ ਖਾਮਦ ਨਾਲ ਹੁੰਦੀ, ਫਿਰ ਸੱਸ ਨਾਲ ਤੇ ਨਾਨਾ ਨਾਲ ਤੇ ਸਾਲੀਆਂ ਸੂਲੀਆਂ ਨਾਲ ਹੁੰਦੀ ਹੈ। ਕਿ ਮੇਰਾ ਮਤਲਬ ਉਹ ਸ਼ਾਦੀ ਵਾਲੇ ਦਿਨ ਤੋਂ ਰਫੜ ਪੈ ਗਿਆ, ਉਹ ਮਫਰੂਰ ਹੋ ਗਿਆ ਇੱਕ ਹਿਸਾਬ ਦਾ, ਘਰ ਟਿਕਿਆ ਹੀ ਨਹੀਂ। ਫਿਰ ਪਿਛਲੇ ਦਿਨ ਲੰਦਨ ਵੀ ਸੀ ਉਹਦੇ, ਉਹ ਤੂੰ ਘਰ ਆ ਗਿਆ, ਤੂੰ ਉਹਨੂੰ ਫੋਨ ਕਰ, ਉਹਦੇ ਕੋਲ ਗੱਡੀ ਲੈ ਕੇ ਜਾ, ਉਹਨੂੰ ਘਰ ਲੈ ਆ। ਤੂੰ ਘਰ ਹੈ ਨਾ, ਤੇਰੀ ਬੀਵੀ ਘਰ ਰਹੇਗੀ ਨਾ। ਉਹ ਨਵੀਂ ਵਿਚਾਰੇ ਉਸ ਘਰ 'ਚ ਤੇਰੇ ਬਗੈਰ ਕਿਸ ਤਰ੍ਹਾਂ ਉੱਥੇ ਲੱਗ ਰਿਹਾ ਰਹਿ ਲਵੇ? ਉਹ ਨਹੀਂ ਰਹਿ ਸਕਦੀ। ਤੂੰ ਕਮ ਸੇ ਕਮ ਉਹਦੀ ਇਸ ਚੀਜ਼ ਨੂੰ ਦੇਖ, ਉਹਦੀ ਇਸ ਚੀਜ਼ ਨੂੰ ਅੰਡਰਸਟੈਂਡ ਕਰ। ਲੋਕਾਂ ਦੇ ਕਹਿਣ ਤੇ ਆ ਕੇ ਤੂੰ ਮੈਨੂੰ ਦੁੱਖ ਹੁੰਦਾ ਪਿਆ ਯਾਰ, ਆਪਣੇ ਬੱਚਿਆਂ ਨਾਲ ਕਿੱਡਾ ਜ਼ੁਲਮ ਕਰਦੇ ਪਏ ਲੋਕੀ। ਬੱਚਾ ਛੋਟਾ ਪਿਆ, ਲੋਕੀ ਪੁੱਤਰ ਲੱਭਦੇ ਨੇ, ਦਰਗਾਹਾਂ ਤੇ ਜਾਂਦੇ ਨੇ, ਭੋਲੇ ਭਾਲ ਲੱਭ ਇਹਨੇ ਦੇ ਦਿੱਤਾ ਤੇ ਕਦਰ, ਭੋਲੇ ਭਾਲ ਦੇਤਾ ਦੀ ਕਦਰ ਹੀ ਨਹੀਂ ਕਰਦੇ ਪਏ ਯਾਰ। ਇਹ ਚੀਜ਼ ਮੈਂ ਲਾਈਕ ਨਹੀਂ ਸਮਝਦਾ। ਉਹਦਾ ਕੰਮ ਬਣਦਾ, ਮੈਂ ਵਿਊਜ਼ ਲੈਣ ਲਈ ਕੰਮ ਹੈ। ਕਸਮ ਖੁਦਾ ਦੀ ਪਿਛਲੇ ਦਿਨਾਂ ਮੈਨੇ ਪ੍ਰੋਗਰਾਮ ਕੀਤਾ ਨਾ, ਉਹ ਇੱਕ ਮੁਦੱਸਰ ਹਾਜੀ ਸਾਹਿਬ ਨੇ, ਉਹਨਾਂ ਨੇ ਬੜੇ ਅੱਛੇ ਪ੍ਰੋਗਰਾਮ ਉਸ ਵਿਚਾਰ ਨੇ ਕੀਤੇ ਮਸਬਤ। ਤੇ ਮੈਂ ਕਿਹਾ ਚਲੋ ਜੇ ਗਲਤ ਵੀ ਵਿੱਚ ਕੋਈ ਗੱਲ ਹੋਈ ਤਾਂ ਮਸਬਤ ਹੀ ਪ੍ਰੋਗਰਾਮ ਹੈ ਨਾ, ਮੈਸੀ ਤਾਂ ਮਸਬਤ ਜਾ ਰਿਹਾ। ਤੇ ਮੈਂ ਯਕੀਨ ਕਰੋ, ਮੈਂ ਹਾਲਾਂ ਵਿਊਜ਼ ਲੈਣੇ ਹੁੰਦਾ ਤੇ ਮੈਂ ਇਹੋ ਜਿਹੇ ਜਗੜਬੰਦ ਵਿੱਚ ਪਾਵਾਂ, ਮੈਂ ਮੀਡੀਆ ਨੂੰ ਘੁਮਾ ਕੇ ਰੱਖ ਦਿਆਂ। ਤੇ ਜੋ ਮੈਂ ਕਹਿਣਾ ਮੀਡੀਆ ਨੇ ਪਿੱਛੇ ਟੋਰ ਵੀ ਪੈਣਾ, ਲੇਕਿਨ ਮੈਂ ਕਿਸੇ ਦਾ ਘਰ ਬਰਬਾਦ ਕਰਕੇ ਇਹੋ ਜਿਹੇ ਫੇਮ ਨਹੀਂ ਲੈਣਾ ਚਾਹਦਾ। ਲਾਲਾ ਕੋ ਘਰ ਬਸਤੇ ਪਸੰਦ ਹੈ, ਉਜੜਤੇ ਨਹੀਂ। ਨਹੀਂ ਉਜੜਨੇ ਚਾਹੀਦੇ ਨਾ ਯਾਰ। ਕਿਸੇ ਦਾ ਘਰ ਤੁਸੀਂ ਆਪਣੇ ਵਿਊਜ਼ ਦੇ ਖਾਤਰ ਬਰਬਾਦ ਕਰ ਲਓਗੇ। ਅੱਲਾਹ ਤਾਲਾ ਜ਼ਾਤ ਉਹਨਾਂ ਯੂਟਿਊਬਰਾਂ ਨੂੰ ਜਨਮ ਵਾਸਲ ਕਰੇ, ਉਹ ਗੱਡੀ ਦੇ ਥੱਲੇ ਆ ਕੇ ਮਰਨ, ਉਹਨਾਂ ਦੀਆਂ ਅੱਖਾਂ 'ਚ ਸਰੀਏ ਵੜ ਜਾਣ, ਉਹ ਗੁੰਗੇ ਬੋਲੇ ਬਹਿਰੇ ਹੋ ਕੇ ਮਰਨ। ਉਹਨਾਂ ਨੂੰ ਅੱਲਾਹ ਤਾਲਾ ਜ਼ਾਤ ਉਹਨਾਂ ਨੂੰ ਕਬਰ ਨਸੀਬ ਨਾ ਕਰੇ ਜਿਹੜੇ ਬਗੈਰਤ ਉਹਦਾ ਘਰ ਤਬਾਹ ਕਰਨਾ ਚਾਹੁੰਦੇ ਨੇ। ਤੇ ਨਾਜ਼ਰੀਨ, ਪ੍ਰੋਗਰਾਮ ਦਾ ਫੀਡਬੈਕ ਲਾਜ਼ਮੀ ਦੇਣਾ। ਮੈਂ ਥੋੜਾ ਜਜ਼ਬਾਤੀ ਹੋ ਕੇ ਪ੍ਰੋਗਰਾਮ ਕਰਤਾ, ਲਾਜ਼ਮੀ ਥੱਲੇ ਲਿਖਣਾ ਜਿਹੜੇ ਮੈਂ ਰਜਬ ਨੂੰ ਮਸ਼ਵਰੇ ਦਿੱਤੇ ਨੇ ਇਹ ਜੈਨੂਇਨ ਨੇ ਕਿ ਨਹੀਂ। ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ। ਪਾਕਿਸਤਾਨ ਜ਼ਿੰਦਾਬਾਦ।